बिस्मिल्लाहिर्रहमानिर्रहीम अस्सलाम वालेकुम जी। मेरा नाम है आयशा ते अज दी रेसिपी च मैं थोड़े लिए लैके आई हाँ अलसी दियां पिनियां ते इनू अलसी दे लड्डू भी कहा जाता है। सर्दियों की बेसिक सौगात है, बहुत ज़्यादा स्पैशल तो ये बहुत ज़्यादा बेनीफिट्स भी है। तो मैं थानू रेसिपी के नाल नाल दसदी रहूँगी। तो सारे नाल पहले मैं रेसिपी वाल आने मैं थानू दसदी हाँ कि सारे नाल पहले असी अलसी लई है 1 किलो। तो 1 किलो अलसी ਨੂੰ ਅਸੀਂ ਅੱਛੀ ਤਰ੍ਹਾਂ ਸਾਫ਼ ਕਰ ਲਿਆ ਕਿਉਂਕਿ ਇਹਦੇ ਵਿੱਚ ਕੰਕਰ ਵੀ ਪਾਏ ਜਾਂਦੇ ਆ। ਕਰਕੇ ਤੇ ਉਹਨੂੰ ਹਲਕਾ ਜਿਹਾ ਲੋ ਫਲੇਮ ਤੇ ਰੋਸਟ ਕਰ ਲਿਆ। ਰੋਸਟ ਕਰਕੇ ਉਹਨੂੰ ਥੋੜਾ ਜਿਹਾ ਠੰਡਾ ਕਰ ਲੈਣਾ, ਯਾਨੀ ਕਿ ਹਵਾ ਲਵਾ ਲੈਣੀ ਆ। ਗਰਮ ਗਰਮ ਉਹਨੂੰ ਜੱਗ 'ਚ ਪਾ ਕੇ ਗ੍ਰੈਂਡ ਨਾ ਕਰਿਓ ਕਿ ਇਹ ਨਾ ਹੋਵੇ ਜੱਗ ਦੀ ਰਬੜ ਹੀ ਮੈਲਟ ਹੋ ਜਾਵੇ। ਅੱਛਾ, ਤੁਸੀਂ ਦੇਖ ਰਹੇ ਹੋ ਕਿ ਇਹਨੂੰ ਇੰਨਾ ਫਾਈਨ ਗ੍ਰੈਂਡ ਨਹੀਂ ਕਰਨਾ, ਥੋੜ੍ਹਾ ਜਿਹਾ ਹਲਕਾ ਜਿਹਾ ਭੁਰਭੁਰਾ ਜਿਹਾ ਦਰਦਰਾ ਜਿਹਾ ਕਰਨਾ ਵਾ। ਅਤੇ ਆਹ ਦੇਖੋ ਤੁਸੀਂ ਕਿ ਕਿਸ ਤਰ੍ਹਾਂ ਉਹਨੂੰ ਕੀਤਾ। ਅਲਸੀ ਦੇ ਬੀਜ ਵੀ ਨਜ਼ਰ ਆ ਰਿਹਾ ਅਤੇ ਥੋੜ੍ਹਾ ਪਾਊਡਰ ਵੀ, ਯਾਨੀ ਕਿ ਅਸੀਂ ਇਹਨੂੰ ਦਰਦਰਾ ਕੀਤਾ। ਜਿੰਨੀ ਅਲਸੀਆਂ ਨੂੰ ਅੱਛੀ ਤਰ੍ਹਾਂ ਗ੍ਰੈਂਡ ਕਰ ਲੈਣਾ ਵਾ। ਅਤੇ ਮੇਰੀ ਅਲਸੀ ਤਕਰੀਬਨ ਆਲਮੋਸਟ ਆਖਰੀ ਸੀਗਾ ਪੁੱਡ ਮੈਨੂੰ ਗ੍ਰੈਂਡ ਕਰ ਚੁੱਕੀ ਹਾਂ। ਆ ਤੁਸੀਂ ਦੇਖ ਰਹੇ ਹੋ ਕਿ ਇਹਨੂੰ ਬਿਲਕੁਲ ਵੀ ਪਾਊਡਰ ਨਹੀਂ ਬਣਾਇਆ, ਵਿੱਚ ਅਲਸੀ ਹੈਗੀ ਆ ਹਲੇ। ਦੇਖੋ ਮੁਰਬਰਾ ਜਿਹਾ ਦਰਦਰਾ ਜਿਹਾ ਜੋ ਵੀ ਆ ਇਹਨੂੰ ਕਹਿ ਸਕਦੇ ਹੋ ਤੁਸੀਂ। ਇਹ ਕਰ ਲਿਆ ਅਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਜਿਹੜੇ ਨਟਸ ਪਾਏ ਜਾਂਦਾ ਵਾ ਅਲਸੀ ਦੇ ਪਿੰਨੀਆਂ ਵਿੱਚ, ਉਹ ਵਗ ਜੀ ਮੂੰਗਫਲੀ। ਮੂੰਗਫਲੀ ਵੈਸੇ ਵੀ ਸਰਦੀਆਂ 'ਚ ਬਹੁਤ ਜ਼ਿਆਦਾ ਮਸ਼ਹੂਰ ਜੇ ਤੁਸੀਂ ਕਹਿ ਲਓ ਤਾਂ ਖਾਏ ਜਾਣ ਵਾਲਾ ਡਰਾਈ ਫਰੂਟ ਆ। ਉਸ ਤੋਂ ਬਾਅਦ ਇਹਦੇ ਵਿੱਚ ਪਾਇਆ ਜਾਂਦਾ ਵਾ ਗੁੜ। ਗੁੜ ਤੋਂ ਬਾਅਦ ਇਹਦੇ ਵਿੱਚ ਪਾਇਆ ਜਾਂਦਾ ਜਿਹੜਾ ਆਟਾ। ਜੇ 1 ਕਿਲੋ ਅਲਸੀ ਹੋਵੇ ਤਾਂ ਇਹਦੇ ਵਿੱਚ 2 ਕਿਲੋ ਜਾਂ 3 ਕਿਲੋ ਤੁਸੀਂ ਆਟਾ ਪਾ ਸਕਦੇ ਹੋ। ਅਤੇ ਆਟੇ ਨੂੰ ਵੀ ਹਲਕਾ ਜਿਹਾ ਅਸੀਂ ਫਰਾਈ ਕਰ ਲੈਣਾ ਵਾ, ਮੈਂ ਤੁਹਾਨੂੰ ਨਾਲ ਨਾਲ ਦਿਖਾਈ ਜਾਊਂਗੀ। ਅਤੇ ਗੁੜ ਨੂੰ ਕੁੱਟ ਕੇ ਅਤੇ ਇੱਕ ਸਾਈਡ 'ਤੇ ਅਸੀਂ ਰੱਖ ਚੁੱਲ੍ਹੇ 'ਤੇ 2 ਚੁੱਲ੍ਹੇ ਹੁੰਦੇ ਆ, ਇੱਕ ਹੁੰਦਾ ਜਿੱਦਾਂ ਵੀ ਕਰ ਸਕਦੇ ਹੋ ਤੁਸੀਂ। ਇੱਕ ਸਾਈਡ 'ਤੇ ਅਸੀਂ ਰੱਖ ਲਿਆ ਵਾ ਪਾਣੀ ਪਾ ਕੇ ਪਤੀਲੀ 'ਚ, ਉਹ 'ਚ ਗੁੜ ਕੁੱਟ ਕੇ ਪਾ ਲੈਣਾ ਵਾ ਤਾਂ ਕਿ ਗੁੜ ਮੈਲਟ ਹੋ ਜਾਵੇ। ਅਤੇ ਉਹ ਅਸੀਂ ਜਦੋਂ ਚਾਸ ਬਣਾਉਣੀ ਉਹਦੇ ਵਿੱਚ ਪਾ ਲਾਂਗੇ, ਠੀਕ ਆ। ਦੂਸਰੀ ਸਾਈਡ 'ਤੇ ਅਸੀਂ ਆਟੇ ਨੂੰ ਹਲਕਾ ਹਲਕਾ ਹਲਕੀ ਫਲੇਮ 'ਤੇ ਆਹਿਸਤਾ ਆਹਿਸਤਾ ਇਹਨੂੰ ਭੁੰਨ ਲੈਣਾ ਵਾ। ਜਦੋਂ ਆਟੇ ਦੀ ਖੁਸ਼ਬੂ ਆਉਣ ਲੱਗ ਜਾਵੇ ਤਾਂ ਆਟੇ ਨੂੰ ਨਿਕਾਲ ਲੈਣਾ। ਤੁਸੀਂ ਦੇਖ ਰਹੇ ਹੋ ਕਿ ਮੈਂ ਗੁੜ ਦੀ ਇੱਕ ਪੇਸੀ ਕੱਢ ਕੇ ਕੁੱਟੀ ਆ। ਜ਼ਿਆਦਾ ਮੇਰੇ ਕੋਲ ਕੁੱਟ ਨਹੀਂ ਹੋ ਰਿਹਾ ਸੀ। ਅਤੇ ਦੂਸਰੀ ਸਾਈਡ 'ਤੇ ਨਾਲ ਹਲਕੀ ਆਂਚ 'ਤੇ ਅਸੀਂ ਆਟਾ ਵੀ ਰੋਸਟ ਕਰ ਰਹੇ ਹਾਂ। ਆਟੇ ਨੂੰ ਨਾਲ ਨਾਲ ਅਸੀਂ ਕਰੀ ਜਾਣਾ ਵਾ। ਤਾਂ ਤੁਸੀਂ ਦੇਖ ਰਹੇ ਹੋ ਕਿ ਆਟਾ ਮੇਰਾ ਤਕਰੀਬਨ ਬਰਾਊਨ ਹੋ ਗਿਆ ਵਾ। ਇੰਨਾ ਵੀ ਬਰਾਊਨ ਨਹੀਂ ਕਰਨਾ, ਸਿਰਫ ਆਟੇ 'ਚ ਜਦੋਂ ਖੁਸ਼ਬੂ ਆਉਣ ਲੱਗ ਜਾਵੇ ਇੰਨਾ ਕਿ ਅਸੀਂ ਉਹਨੂੰ ਕਰਕੇ ਅਤੇ ਆਟਾ ਇੱਥੇ ਅਸੀਂ ਕੱਢ ਲਿਆ ਵਾ। ਅਤੇ ਅਸੀਂ ਇਹਦੇ ਵਿੱਚ ਹੁਣ ਪਾ ਦਾਂਗੇ ਆਇਲ। ਅਸੀਂ ਇਹਨੂੰ ਬਣਾ ਰਹੇ ਹਾਂ ਸਰਸੋਂ ਦੇ ਆਇਲ ਵਿੱਚ। ਸਰਸੋਂ ਦਾ ਤੇਲ ਜੇ ਅਲਸੀ 1 ਕਿਲੋ ਸੀ ਅਤੇ ਅਸੀਂ ਇਹਦੇ ਵਿੱਚ ਸਰਸੋਂ ਦਾ ਤੇਲ ਵੀ 1 ਲੀਟਰ ਹੀ ਪਾਇਆ ਵਾ। ਅੱਛਾ ਜੀ, ਸਰਸੋਂ ਦਾ ਤੇਲ ਤਕਰੀਬਨ ਛਾਣਿਆ ਹੋਇਆ ਹੀ ਸੀਗਾ। ਅਤੇ ਇਹਨੂੰ ਪਾ ਕੇ ਤਾਂ ਅਸੀਂ ਇਹਨੂੰ ਕੜਕਾ ਲਾਂਗੇ। ਜੋ ਥੋੜ੍ਹਾ ਜਿਹਾ ਗਰਮ ਹੋ ਜਾਊਗਾ, ਜਦੋਂ ਇਹਨੂੰ ਕੜਕਾਉਣ ਦਾ ਤਰੀਕਾ ਵੀ ਤੁਹਾਨੂੰ ਦੱਸ ਦਾਂਗੇ। ਦੂਸਰੀ ਸਾਈਡ 'ਤੇ ਤੁਸੀਂ ਦੇਖ ਰਹੇ ਹੋ ਕਿ ਘੀ ਮੈਲਟ ਹੋ ਰਿਹਾ। ਘੀ ਨਹੀਂ, ਗੁੜ ਮੈਲਟ ਹੋ ਰਿਹਾ। ਆ ਦੇਖੋ ਨਾਲ ਨਾਲ ਮੈਂ ਚਮਚ ਖਿਲਾ ਰਹੀ ਤਾਂ ਕਿ ਉਹਦੀਆਂ ਗੁਲਟੀਆਂ ਜਿਹੜੀਆਂ ਸਾਰੀਆਂ ਪਿਘਲ ਜਾਣ ਅਤੇ ਜਿਹੜਾ ਸਾਰਾ ਉਹਦਾ ਜ਼ਾਇਕਾ ਵਾ ਘੀ ਦਾ ਗੁੜ ਦਾ, ਉਹ ਪਾਣੀ ਦੇ ਵਿੱਚ ਆ ਜਾਵੇ। ਘੀ ਗੁੜ। ਅੱਛਾ, ਅਤੇ ਦੂਸਰੀ ਸਾਈਡ 'ਤੇ ਆਇਲ ਆਲਮੋਸਟ ਗਰਮ ਹੋ ਰਿਹਾ। ਅਤੇ ਇਹਦੇ ਵਿੱਚ ਜਦੋਂ ਆ ਦੇਖੋ ਥੋੜ੍ਹੇ ਥੋੜ੍ਹੇ ਉੱਪਰ ਡੋਟਸ ਆਉਣ ਲੱਗ ਗਏ, ਬਬਲ ਆਉਣ ਲੱਗ ਗਏ, ਅਤੇ ਇਹਦੇ ਵਿੱਚ ਅਸੀਂ ਪਾ ਦੇਣੀ ਆਟੇ ਦੀ ਛੋਟੀ ਜਿਹੀ ਟਿੱਕੀ ਬਣਾ ਕੇ, ਕਿਉਂਕਿ ਇਹਨੂੰ ਅਸੀਂ ਮਠੀਰ ਲੈਣਾ। ਇਹਨੂੰ ਕਹਿੰਦੇ ਆ ਤੇਲ ਨੂੰ ਮਠੀਰਨਾ। ਇਹਦੇ ਨਾਲ ਤੇਲ ਦੀ ਕਰਵਾਹਟ ਆ ਜਿਹੜੀ ਉਹ ਖ਼ਤਮ ਹੋ ਜਾਂਦੀ ਹੈ ਅਤੇ ਜਿਹੜਾ ਥੋੜ੍ਹਾ ਜਿਹਾ ਇਹਦੇ 'ਚ ਗੰਦਾਪਨ ਹੁੰਦਾ ਹੈ ਨਾ, ਉਹ ਵੀ ਖ਼ਤਮ ਹੋ ਜਾਂਦਾ। ਆਹ ਦੇਖੋ ਹੁਣ ਅਸੀਂ ਟਿੱਕੀ ਬਣਾ ਕੇ ਪਾ ਲਈ। ਅਤੇ ਇਹ ਜਦੋਂ ਅਸੀਂ ਟਿੱਕੀ ਉਦੋਂ ਕੱਟਣੀ ਹੈ ਜਦੋਂ ਇਹ ਹਲਕੀ ਜਿਹੀ ਬਰਾਊਨ ਹੋ ਜਾਵੇ। ਇੱਕ ਸਾਈਡ ਤੋਂ ਬਰਾਊਨ ਹੋ ਗਈ ਹੈ ਅਤੇ ਇਹਨੂੰ ਹੁਣ ਦੂਸਰੀ ਸਾਈਡ 'ਤੇ ਪਲਟ ਦਿੱਤਾ। ਅਤੇ ਆਹ ਦੇਖੋ ਜੀ ਹੁਣ ਇਹ ਫੁੱਲਣ ਵੀ ਲੱਗ ਜਾਣੀ। ਅੱਛਾ, ਇੱਧਰ ਤੇਲ ਮਠੀਰਿਆ ਜਾ ਰਿਹਾ ਅਤੇ ਦੂਸਰੀ ਸਾਈਡ 'ਤੇ ਆਪਣਾ ਗੁੜ ਮੈਲਟ ਹੋ ਰਿਹਾ। ਤੁਸੀਂ ਦੇਖ ਰਹੇ ਹੋ ਕਿ ਦੋਨਾਂ ਸਾਈਡਾਂ ਤੋਂ ਜਿਹੜੀ ਸਾਡੀ ਟਿੱਕੀ ਆ ਉਹ ਗੋਲਡਨ ਬਰਾਊਨ ਹੋ ਗਈ ਹੈ। ਇਹਦਾ ਮਤਲਬ ਹੈ ਕਿ ਸਾਡਾ ਤੇਲ ਜਿਹੜਾ ਹੈਗਾ ਉਹ ਮਠੀਰਿਆ ਗਿਆ ਵਾ। ਹੁਣ ਅਸੀਂ ਟਿੱਕੀ ਆਇਲ ਦੇ ਵਿੱਚੋਂ ਰਿਮੂਵ ਕਰ ਦਾਂਗੇ। ਅਤੇ ਦੂਸਰੀ ਸਾਈਡ 'ਤੇ ਜਿਹੜਾ ਅਸੀਂ ਗੁੜ ਰੱਖਿਆ ਸੀ ਮੈਲਟ ਹੋਣਾ, ਉਹ ਵੀ ਤਕਰੀਬਨ ਸਾਡਾ ਗੁੜ ਵੀ ਜਿਹੜਾ ਮੈਲਟ ਹੋ ਚੁੱਕਿਆ ਵਾ। ਟਿੱਕੀ ਅਸੀਂ ਰਿਮੂਵ ਕਰ ਦਿੰਦੇ ਹਾਂ, ਨਿਕਲਣ ਦਾ ਨਾਮ ਹੀ ਨਹੀਂ ਲੈ ਰਹੀ। ਅਤੇ ਟਿੱਕੀ ਨੂੰ ਕੱਢ ਕੇ ਅਤੇ ਜਿਹੜਾ ਗੁੜ ਸੀ ਉਹ ਮੈਲਟ ਹੋ ਗਿਆ। ਅਤੇ ਅਸੀਂ ਇਹਦੇ ਵਿੱਚ ਜਿਹੜੇ ਉੱਪਰ ਅਜੇ ਝੱਗ ਜਿਹੀ ਇਹ ਨਾ ਹਿਲਾ ਦਾਂਗੇ। ਇਹਦਾ ਮਤਲਬ ਹੈ ਕਿ ਗੁੜ ਦੀ ਜਿਹੜੀ ਮੈਲ ਆ ਇਹਦੇ ਨਾਲ ਮੁੜ ਕੇ ਪਿੰਨੀਆਂ ਜਿਹੜਾ ਉਹਦਾ ਕਲਰ ਜਿਹੜਾ ਬਲੈਕ ਨਹੀਂ ਹੁੰਦਾ ਅਤੇ ਪਾਣੀ ਵੀ ਸਾਫ਼ ਹੋ ਜਾਂਦਾ। ਅੱਛਾ, ਇਹਨੂੰ ਰਿਮੂਵ ਕਰਕੇ ਅਸੀਂ ਆਇਲ ਦੇ ਨੀਚੇ ਅੱਗ ਉੰਨੀ ਦੇਰ ਬੰਦ ਕਰ ਦਿੱਤੀ ਸੀਗੀ ਤਾਂ ਕਿ ਥੋੜ੍ਹਾ ਠੰਡਾ ਹੋ ਜਾਏ। ਕਿਉਂਕਿ ਜਦੋਂ ਅਸੀਂ ਇਹਦੇ ਵਿੱਚ ਪਾਉਣਾ ਵਾ ਗੁੜ ਮੈਲਟ ਕੀਤਾ ਹੋਇਆ ਪਾਣੀ, ਉਹ ਫਿਰ ਛੜ ਕਰਕੇ ਉੱਪਰ ਛਿੱਟੇ ਪੈ ਜਾਣੇ ਸੀਗੇ। ਅਤੇ ਇਸ ਲਈ ਉੰਨੀ ਦੇਰ ਤੱਕ ਆਇਲ ਥੋੜ੍ਹਾ ਠੰਡਾ ਹੋ ਜਾਵੇ, ਉਹਨੂੰ ਫਲੇਮ ਨੀਚੇ ਔਫ ਕਰ ਦਿੱਤਾ ਸੀ। ਹੁਣ ਅਸੀਂ ਇਹਦੇ ਵਿੱਚ ਪਾ ਲੈਂਦੇ ਹਾਂ ਗੁੜ ਜਿਹੜਾ ਮੈਲਟ ਕੀਤਾ ਸੀ ਉਹਦਾ ਪਾਣੀ, ਤਾਂ ਕਿ ਅਸੀਂ ਉਸ ਤੋਂ ਬਾਅਦ ਇਹਦੇ ਵਿੱਚ ਸ਼ੀਰਾ ਤਿਆਰ ਕਰਾਂਗੇ। ਅਤੇ ਇਹ ਛਲਣੀ ਦੇ ਨਾਲ ਛਾਣ ਲੈਣਾ ਵਾ, ਕਿਉਂਕਿ ਗੁੜ ਦੇ ਵਿੱਚ ਅਕਸਰ ਕੱਖ ਜਿਹੇ ਵੀ ਹੁੰਦੇ ਆ, ਥੋੜ੍ਹੇ ਜ਼ਰਾਤ ਜਿਹੇ ਵੀ ਹੁੰਦੇ ਆ ਰੇਤ ਦੇ। ਅਤੇ ਉਹ ਅਸੀਂ ਆਹਿਸਤਾ ਆਹਿਸਤਾ ਪਾ ਰਹੇ ਆ ਤਾਂ ਕਿ ਉਹ ਨੀਚੇ ਜਿਹੜਾ ਕੋਈ ਹੋਵੇ ਕੰਕਰ ਜਾਂ ਰੇਤ ਵਗੈਰਾ ਤਾਂ ਉਹ ਨੀਚੇ ਹੀ ਰਹੇ। ਅਤੇ ਅਸੀਂ ਉੱਪਰੋਂ ਛਾਣ ਕੇ ਹੈ ਨਾ ਪਾਣੀ ਪਾ ਲਈਏ। ਆਹ ਦੇਖੋ ਤੁਸੀਂ ਨੀਚੇ ਦੇਖ ਵੀ ਰਹੇ ਹੋ ਕਿ ਥੋੜ੍ਹੇ ਹੈ ਸੀਗੇ।
ਰੇਤ ਦੇ ਜ਼ਰਾਤ 'ਚ। ਲਓ ਹੁਣ ਅਸੀਂ ਨੀਚੇ ਫਲੇਮ ਔਨ ਕਰ ਦਿੱਤਾ ਸੀਗਾ ਅਤੇ ਚਾਸ਼ਨੀ ਬਣਾ ਹੋ ਰਹੀ ਹੈ, ਚਾਸ਼ ਬਣਾ ਹੋ ਰਹੀ ਹੈ, ਜਿਹਦੇ ਵਿੱਚ ਅਸੀਂ ਉਹ ਬਰਾਊਨ ਕੀਤਾ ਹੋਇਆ। ਅੱਛਾ, ਇੱਥੇ ਆ ਜਿਹੜੀ ਟ੍ਰਿਕ ਇੱਕ ਆਹ ਵਾ ਕਿ ਜਿਹੜਾ ਅਸੀਂ ਆਟਾ ਬਰਾਊਨ ਕੀਤਾ ਸੀਗਾ ਨਾ, ਅਤੇ ਉਹਨੂੰ ਅਸੀਂ ਛਾਣ ਲਿਆ ਸੀ ਛਾਨਣੀ ਨਾਲ, ਕਿਉਂਕਿ ਆਟਾ ਜਦੋਂ ਅਸੀਂ ਬਰਾਊਨ ਕਰ ਰਹੇ ਸੀ ਤਾਂ ਉਹਦੇ ਵਿੱਚ ਥੋੜ੍ਹੇ ਥੋੜ੍ਹੇ ਗੁਟਲੀਆਂ ਵੀ ਬਣ ਜਾਂਦੀਆਂ। ਉਹ ਗੁਟਲੀਆਂ ਨੂੰ ਰਿਮੂਵ ਕਰ ਦੇਣਾ ਵਾ। ਆਹ ਦੇਖੋ, ਤੁਸੀਂ ਦੇਖ ਰਹੇ ਹੋ ਕਿ ਛਾਨਣ ਤੋਂ ਬਾਅਦ ਗੁਟਲੀਆਂ ਆਟਾ ਬਰਾਊਨ ਕਰਦੇ ਹੋਏ ਜਿਹੜੀਆਂ ਬਣ ਗਈਆਂ ਸੀਗੀਆਂ, ਉਹਨੂੰ ਬਾਹਰ ਰਿਮੂਵ ਕਰ ਦੇਣੇ। ਇਹ ਫਿਰ ਵਿੱਚ ਅੱਛੀਆਂ ਨਹੀਂ ਲੱਗਦੀਆਂ। ਆਹ ਦੇਖਿਓ ਕਿ ਇਹ ਸਾਡੀ ਚਾਸ਼ਨੀ ਵੀ ਬਣ ਰਹੀ ਹੈ, ਸ਼ੀਰਾ ਤਿਆਰ ਹੋ ਰਿਹਾ, ਅਤੇ ਇੱਧਰ ਅਸੀਂ ਦੂਸਰੀ ਸਾਈਡ 'ਤੇ ਆਟਾ ਵੀ ਜਿਹੜਾ ਹੈਗਾ ਸਾਡਾ ਛਾਨਣੀ ਦੇ ਨਾਲ ਛਾਣ ਲਿਆ। ਲਓ ਹੁਣ ਅਸੀਂ ਇੱਕ ਹੋਰ ਪਤੀਲਾ ਲੈ ਲਿਆ ਬੜਾ, ਜਿਹਦੇ ਵਿੱਚ ਕਿਉਂਕਿ ਅਸੀਂ ਸਾਰੀਆਂ ਚੀਜ਼ਾਂ ਮਿਕਸ ਕਰਨੀਆਂ, ਆਟਾ, ਮੂੰਗਫਲੀ ਅਤੇ ਆਪਣਾ ਅਲਸੀ ਦਾ ਜਿਹੜਾ ਅਸੀਂ ਪਾਊਡਰ ਤਿਆਰ ਕੀਤਾ ਸੀ, ਗ੍ਰਾਇੰਡ ਕੀਤਾ ਸੀ, ਉਹ ਵੀ ਇਹਦੇ ਵਿੱਚ ਮਿਕਸ ਕਰਨਾ। ਆ ਹੁਣ ਇਹਦੇ ਉੱਪਰ ਰੱਖ ਕੇ ਥੋੜ੍ਹਾ ਜਿਹਾ ਰਹਿੰਦਾ ਸੀਗਾ, ਅਤੇ ਚਾਸ਼ਨੀ ਤਿਆਰ ਹੋਣ ਵਾਸਤੇ ਉਹ ਨੀਚੇ ਫਲੇਮ ਔਨ ਕਰ ਦਿੱਤਾ। ਮੈਨੇ ਸਾਰਿਆਂ ਦੇ ਵਿੱਚ ਪਹਿਲੇ ਪਾਈ ਮੂੰਗਫਲੀ, ਫਿਰ ਇਹਦੇ ਵਿੱਚ ਅਸੀਂ ਪਾ ਲਈ ਆ ਕਿਸ਼ਮਿਸ਼, ਯਾਨੀ ਕਿ ਸੌਗੀ, ਸੌਰੀ ਕਿਸ਼ਮਿਸ਼ ਹਮੇਸ਼ਾ ਧੋ ਕੇ ਇਸਤੇਮਾਲ ਕਰਨੀ ਚਾਹੀਦੀ, ਕਿਉਂਕਿ ਇਹਦੇ ਵਿੱਚ ਜ਼ਰਾਤ ਵੀ ਹੁੰਦੇ ਆ, ਕੰਕਰ ਹੋ ਸਕਦੇ ਆ, ਅਤੇ ਉਹ ਰਿਮੂਵ ਕਰ ਲੈਣੇ ਆ ਸੌਗੀ ਦੇ ਵਿੱਚ ਨਾ। ਹਮੇਸ਼ਾ ਵੈਸੇ ਵੀ ਹਰ ਚੀਜ਼ ਧੋ ਕੇ ਇਸਤੇਮਾਲ ਕਰਨੀ ਚਾਹੀਦੀ ਹੈ। ਅੱਛਾ ਜੀ, ਹੁਣ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਚਾਸ਼ਨੀ ਤਕਰੀਬਨ ਸਾਡੀ ਤਿਆਰ ਹੋ ਚੁੱਕੀ ਆ। ਅਤੇ ਆਹ ਅੰਮੀ ਨੇ ਸਾਨੂੰ ਪਹਿਲੇ ਇਹਦੇ ਵਿੱਚ ਪਾਇਆ ਵਾ ਅਲਸੀ ਦਾ ਪਾਊਡਰ, ਜਿਹੜਾ ਅਸੀਂ ਗ੍ਰਾਇੰਡ ਕੀਤਾ ਸੀ, ਬੁਰਬੁਰਾ ਜਿਹਾ, ਦਰਦਰਾ ਜਿਹਾ, ਉਹ ਵਾਲਾ ਸਾਰਿਆਂ ਨਾਲੋਂ ਪਹਿਲਾਂ ਉਹਨੂੰ ਪਾ ਕੇ ਅਸੀਂ ਮਿਕਸ ਕਰ ਲਿਆ। ਫਲੇਮ ਅੱਛਾ ਔਫ ਕਰ ਦਿੱਤਾ, ਹੁਣ ਫਲੇਮ ਬਿਲਕੁਲ ਨਹੀਂ ਚੱਲ ਰਿਹਾ, ਫਲੇਮ ਬਿਲਕੁਲ ਬੰਦ ਹੈ। ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਆਟਾ, ਥੋੜ੍ਹਾ ਥੋੜ੍ਹਾ ਕਰਕੇ, ਥੋੜ੍ਹਾ ਥੋੜ੍ਹਾ ਕਰਕੇ ਇਸ ਲਈ ਪਾਉਣਾ ਵਾ ਕਿ ਬਾਹਰ ਨਾ ਗਿਰ ਜਾਏ ਅਨਾਜ, ਅਤੇ ਜ਼ਾਇਆ ਨਾ ਹੋ ਜਾਏ। ਆਲੂ ਜੀ, ਆਟਾ ਅਸੀਂ ਸਾਡਾ ਇੱਥੇ ਪਾ ਦਿੱਤਾ, ਅਤੇ ਹੁਣ ਅਸੀਂ ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਲਾਂਗੇ, ਤਾਂ ਕਿ ਕੋਈ ਇਹ 'ਚ ਲਮਸ ਨਾ ਰਹਿ ਜਾਏ ਜਾਂ ਕਿਤੋਂ ਆਟਾ ਨਾ ਰਹਿ ਜਾਏ ਮਿਕਸ ਹੋਣ ਵਾਲਾ। ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਲਾਂਗੇ, ਅਤੇ ਸਾਈਡਾਂ ਤੋਂ ਵੀ ਅੱਛੀ ਤਰ੍ਹਾਂ, ਕੋਨਿਆਂ 'ਚੋਂ ਵੀ ਬਿਲਕੁਲ ਅੱਛੀ ਤਰ੍ਹਾਂ ਅੱਛਾ, ਪਿੰਨੀਆਂ ਅਸੀਂ ਦੋ ਤਰ੍ਹਾਂ ਦੀਆਂ ਬਣਾਈਆਂ। ਇੱਕ ਜਗ੍ਹਾ 'ਤੇ ਅਸੀਂ ਇਹਦੇ ਵਿੱਚ ਮੂੰਗਫਲੀ ਅਤੇ ਸੌਗੀ ਵਗੈਰਾ ਪਾਈ ਹੈ, ਦੂਸਰੀ ਜਗ੍ਹਾ 'ਤੇ ਅਸੀਂ ਇਹਦੇ ਵਿੱਚ ਬਦਾਮ ਵੀ ਪਾਏ। ਆਹ ਤੁਸੀਂ ਦੇਖੋ, ਫਿਲਹਾਲ ਇੱਥੇ ਤਾਂ ਅਸੀਂ ਇਹਨੂੰ ਮਿਕਸ ਹੀ ਕਰ ਰਹੇ ਹਾਂ। ਅੱਛਾ, ਇਹਦੇ ਵਿੱਚ ਤੁਸੀਂ ਹੋਰ ਵੀ ਤਰ੍ਹਾਂ ਦੀਆਂ, ਯਾਨੀ ਕਿ ਜਿੱਥੇ ਅਸੀਂ ਮੂੰਗਫਲੀ ਅਤੇ ਆਹ ਪਾਏ ਆ, ਸੌਗੀ ਪਾਈ ਆ, ਤੁਸੀਂ ਬਦਾਮ ਡਾਲ ਕੇ, ਕਾਜੂ, ਪਿਸਤਾ, ਹੋਰ ਵੀ ਜਿੰਨੇ ਡਰਾਈ ਫਰੂਟ ਆ ਇਹਦੇ ਵਿੱਚ ਐਡ ਕਰ ਸਕਦੇ ਹੋ। ਇਹ ਤੁਸੀਂ ਦੇਖਿਆ ਬਦਾਮ, ਇਹ ਬਦਾਮ ਵਾਲੀਆਂ। ਅਤੇ ਆਹ ਹੁਣ ਦੀ ਪ੍ਰੋਸੈਸ ਆ ਪਿੰਨੀਆਂ ਬਣਾਉਣ ਦਾ, ਇਹਨੂੰ ਗੋਲ ਗੋਲੇ ਦੇ ਲੱਡੂ ਦੀ ਸ਼ੇਪ ਦੇਣ ਦਾ। ਅਤੇ ਤੁਸੀਂ ਦੇਖ ਰਹੇ ਹੋ ਕਿ ਕਿੱਦਾਂ ਅੰਮੀ ਅਤੇ ਨਾਲ ਛੋਟੇ ਛੋਟੇ ਲੱਡੂ ਬਣਾਏ ਜਾ ਰਹੇ ਆ ਹੱਥ ਦੇ ਨਾਲ। ਅਤੇ ਅੱਛਾ, ਇਹਦੇ ਬਹੁਤ ਜ਼ਿਆਦਾ ਬੈਨੀਫਿਟ ਆ, ਉਹ ਤੁਹਾਨੂੰ ਇੱਥੇ ਦੱਸ ਦੇਣੀ ਆ ਕਿ ਜਿਨ੍ਹਾਂ ਨੂੰ ਹੱਡੀਆਂ ਜੋੜਾਂ ਦਾ ਦਰਦ ਹੈ, ਕਮਰ ਦਾ ਦਰਦ ਰਹਿੰਦਾ ਵਾ, ਅਤੇ ਉਹਨਾਂ ਵਾਸਤੇ ਅਲਸੀ ਦੇ ਜਿਹੜੀਆਂ ਪਿੰਨੀਆਂ ਬਹੁਤ ਜ਼ਿਆਦਾ ਮੁਫੀਦ ਆ। ਵੈਸੇ ਵੀ ਦੁੱਧ ਦੇ ਨਾਲ ਜੇ ਤੁਸੀਂ ਅਲਸੀ ਦਾ ਪਾਊਡਰ ਸ਼ਾਮ ਨੂੰ, ਰਾਤ ਨੂੰ 1 ਚਮਚ ਤੁਸੀਂ ਖਾ ਲਓਗੇ, ਅਤੇ ਇਹ ਤੁਹਾਡੇ ਜਿਸਮ ਦੇ ਸਾਰੇ ਨਿਊਟ੍ਰੀਸ਼ਨ ਪੂਰੇ ਕਰ ਦਿੰਦਾ। ਅਤੇ ਆਲੋ ਜੀ, ਫਾਈਨਲ ਲੁੱਕ। ਓਕੇ ਜੀ, ਗੁੱਡ ਬਾਏ, ਅੱਲਾ ਹਾਫਿਜ਼।